यस स्टूडेंट्स, इस टॉपिक 'ਚ ਸਾਡਾ ਟੌਪਿਕ ਮੇਨ ਹੈ ਫੈਕਟਰੀਜ਼ ਕਮ ਅਪ ਕਿ ਇੰਡੀਆ ਦੇ ਵਿੱਚ ਅਸੀਂ ਇੰਡੀਆ ਦੀ ਗੱਲ ਡਿਸਕਸ ਕਰ ਰਹੇ ਹਾਂ, ਇੰਡੀਅਨ ਇੰਡਸਟਰੀਅਲਾਈਜੇਸ਼ਨ ਦੀ, ਕਿ ਕਿਵੇਂ ਇੰਡੀਆ ਦਾ ਇੰਡਸਟਰੀਅਲਾਈਜੇਸ਼ਨ ਹੋਇਆ ਔਰ ਇੰਡੀਆ ਦੇ ਵਿੱਚ ਫੈਕਟਰੀਜ਼ ਲਗਾਈਆਂ ਗਈਆਂ ਅਲੱਗ-ਅਲੱਗ ਤਰ੍ਹਾਂ ਦੀਆਂ। ਉਹ ਡਿਸਕਸ ਕਰਾਂਗੇ ਕਿ ਕੌਣ ਲੋਕ ਸੀ ਜਿਨ੍ਹਾਂ ਨੇ ਪਹਿਲੀਆਂ ਫੈਕਟਰੀਜ਼ ਲਗਾਈਆਂ ਇੰਡੀਆ ਦੇ ਵਿੱਚ। ਇਹਨਾਂ ਦਾ ਫਰਸਟ ਕਾਟਨ ਮਿਲ ਇਨ ਬੰਬੇ ਕੇਮ ਅਪ ਇਨ 1854। ਪਹਿਲੀ ਕਾਟਨ ਮਿਲ ਬੰਬੇ ਵਿੱਚ ਲੱਗੀ ਸੀਗੀ, ਕਾਟਨ ਜਿਹੜੀ ਫੈਕਟਰੀ ਸੀਗੀ, ਔਰ ਜਿੱਥੇ ਕਿ ਮਸ਼ੀਨਸ ਨਾਲ ਪ੍ਰੋਡਕਸ਼ਨ ਹੋਈ, ਔਰ ਇਹ 1854 ਦੇ ਵਿੱਚ ਲਗਾਈ ਗਈ ਸੀ। ਐਂਡ ਇਟ ਵੈਂਟ ਔਨ ਟੂ ਪ੍ਰੋਡਿਊਸ ਐਂਡ ਇਟ ਵੈਂਟ ਇਨ ਟੂ ਪ੍ਰੋਡਕਸ਼ਨ 2 years ਲੇਟਰ। ਲੇਕਿਨ ਇਸ ਫੈਕਟਰੀ ਨੇ 2 ਸਾਲ ਬਾਅਦ ਪ੍ਰੋਡਕਸ਼ਨ ਸ਼ੁਰੂ ਕੀਤੀ ਸੀਗੀ। ਬਾਈ 1862 4 mills were at work with 94,000 spindles and 2,150 looms। ਦੇਖੋ ਇਹ 1862 ਤੱਕ 4 ਐਸੀਆਂ ਮਿੱਲਾਂ ਲੱਗ ਗਈਆਂ ਸੀਗੀਆਂ ਕਾਟਨ ਦੀਆਂ, ਔਰ ਇਹਨਾਂ ਮਿੱਲਾਂ ਦੇ ਵਿੱਚ 94,000 ਸਪਿੰਡਲਸ ਔਰ 2,150 ਲੂਮਸ ਲੱਗੀਆਂ ਹੋਈਆਂ ਸੀ। ਸਪਿੰਡਲਸ ਜਿਹੜੀਆਂ ਹੁੰਦੀਆਂ ਨੇ ਇਹ ਧਾਗਾ ਬਣਾਉਣ ਲਈ ਲਗਾਈਆਂ ਜਾਂਦੀਆਂ ਨੇ, ਔਰ ਜਿਹੜੀਆਂ ਲੂਮਸ ਹੁੰਦੀਆਂ ਨੇ ਇਹ ਕੱਪੜਾ ਬਣਾਉਣ ਵਾਸਤੇ। ਅਰਾਊਂਡ ਦਾ ਸੇਮ ਟਾਈਮ ਜੂਟ ਮਿਲਸ ਕੇਮ ਅਪ ਇਨ ਬੰਗਾਲ। ਇਸੇ ਟਾਈਮ ਬੰਗਾਲ ਦੇ ਵਿੱਚ ਵੀ ਜਿਹੜਾ ਹੈ ਜੂਟ ਦੀਆਂ ਮਿਲਸ ਲੱਗੀਆਂ ਪਟਸਨ ਦੀਆਂ। ਦ ਫਸਟ ਬੀਂਗ ਸੈਟ ਅਪ ਇਨ 1855 ਔਰ ਪਹਿਲੀ ਜੂਟ ਮਿਲ ਜਿਹੜੀ ਸੀ 1855 ਦੇ ਵਿੱਚ ਲੱਗੀ ਸੀਗੀ। ਅਨਦਰ ਵਨ 7 years ਲੇਟਰ ਇਨ 1862। ਦੂਸਰੀ ਜੂਟ ਮਿਲ ਜਿਹੜੀ ਇੰਡੀਆ ਦੇ ਵਿੱਚ 1862 'ਚ ਲੱਗੀ ਸੀਗੀ। ਨਾਰਥ ਇੰਡੀਆ ਦੇ ਵਿੱਚ ਐਲਗਨ ਮਿਲ ਸ਼ੁਰੂ ਕੀਤੀ ਗਈ ਸੀ ਕਾਨਪੁਰ ਦੇ ਵਿੱਚ 1860 ਦੇ ਡੈਕੇਡ ਦੇ ਵਿੱਚ, ਔਰ ਇਸ ਤੋਂ 1 ਸਾਲ ਬਾਅਦ ਜਿਹੜੀ ਹੈ ਪਹਿਲੀ ਕਾਟਨ ਮਿਲ ਅਹਿਮਦਾਬਾਦ ਵਿੱਚ ਵੀ ਲਗਾਈ ਗਈ। By 1874 the first spinning and weaving mill of Madras began production। 1874 ਈਅਰ ਤੱਕ ਮਦਰਾਸ ਦੀ ਪਹਿਲੀ ਜਿਹੜੀ ਮਿਲ ਸੀਗੀ ਧਾਗਾ ਬਣਾਉਣ ਵਾਲੀ ਔਰ ਕੱਪੜਾ ਬਣਾਉਣ ਵਾਲੀ, ਉਹ ਵੀ ਸ਼ੁਰੂ ਕਰ ਦਿੱਤੀ ਗਈ ਸੀਗੀ। ਹੂ ਸੈਟ ਅਪ ਥੀਸ ਇੰਡਸਟਰੀਜ਼। ਇਹ ਪਹਿਲੀਆਂ ਇੰਡਸਟਰੀਜ਼ ਹਿੰਦੁਸਤਾਨ ਦੇ ਵਿੱਚ ਕਿੰਨਾਂ ਲੋਕਾਂ ਨੇ ਲਗਾਈਆਂ ਸੀਗੀਆਂ। ਵੇਅਰ ਡਿਡ ਦਾ ਕੈਪੀਟਲ ਕਮ ਫਰੋਮ, ਔਰ ਪੈਸਾ ਕਿੱਥੋਂ ਆਇਆ ਸੀਗਾ। ਸੋ ਅਸੀਂ ਡਿਸਕਸ ਕਰਾਂਗੇ। ਸਾਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਕੱਪੜਾ ਤਾਂ ਬਣਦਾ ਸੀਗਾ, ਲੇਕਿਨ ਉਹ ਹੱਥ ਨਾਲ ਬਣਦਾ ਸੀਗਾ ਹੈਂਡਲੂਮਸ ਦੇ ਉੱਪਰ, ਲੇਕਿਨ ਹੁਣ ਇੰਡਸਟਰੀਜ਼ ਲੱਗੀਆਂ, ਪ੍ਰੋਪਰ ਫੈਕਟਰੀਜ਼ ਲੱਗੀਆਂ, ਮਿਲਸ ਲੱਗੀਆਂ, ਕਾਟਨ ਮਿਲਸ ਵਗੈਰਾ। ਕੌਣ ਲੋਕ ਸੀ ਜਿਨ੍ਹਾਂ ਨੇ ਲਗਾਈਆਂ ਔਰ ਉਹਨਾਂ ਕੋਲ ਪੈਸਾ ਕਿੱਥੋਂ ਆਇਆ ਸੀਗਾ, ਇਹ ਸਾਰਾ ਕੁਛ ਅਸੀਂ ਡਿਸਕਸ ਕਰਾਂਗੇ। ਕਾਫੀ ਇੰਪੋਰਟੈਂਟ ਟੌਪਿਕ ਹੈ। ਕਹਿੰਦਾ ਦ ਅਰਲੀ ਐਂਟਰਪ੍ਰੈਨਰਸ, ਉਹ ਪਹਿਲੇ ਲੋਕ ਕੌਣ ਸੀ ਜਿਨ੍ਹਾਂ ਨੇ ਕਿ ਪੈਸਾ ਲਗਾਇਆ ਸੀਗਾ ਬਿਜ਼ਨਸ ਦੇ ਵਿੱਚ, ਇੰਡਸਟਰੀ ਦੇ ਵਿੱਚ। ਸੋ ਡਿਸਕਸ ਕਰਦੇ ਹਾਂ। ਕਹਿੰਦਾ ਦ ਹਿਸਟਰੀ ਆਫ ਮੈਨੀ ਬਿਜ਼ਨਸ ਗਰੁੱਪਸ ਗੋਜ਼ ਬੈਕ ਟੂ ਟ੍ਰੇਡ ਵਿਦ ਚਾਈਨਾ ਫਰੋਮ ਦ ਲੇਟ 18th century। As you have read in your book last year, the British in India began exporting opium to China and took tea from China to England। ਕਹਿੰਦਾ ਜਿਵੇਂ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਅੰਗਰੇਜ਼ਾਂ ਦਾ ਚਾਈਨਾ ਦੇ ਨਾਲ ਬਹੁਤ ਜ਼ਿਆਦਾ ਵਪਾਰ ਰਿਹਾ ਸੀਗਾ। ਜਦੋਂ ਅੰਗਰੇਜ਼ ਹਿੰਦੁਸਤਾਨ ਦੇ ਵਿੱਚ ਸੀਗੇ, ਉਹਨਾਂ ਨੇ ਚਾਈਨਾ ਨਾਲ ਕਾਫੀ ਵਪਾਰ ਕੀਤਾ, ਔਰ ਇਸ ਵਪਾਰ ਦੇ ਵਿੱਚੋਂ ਕੁਝ ਹਿੰਦੁਸਤਾਨੀਆਂ ਨੇ ਬੜਾ ਪੈਸਾ ਕਮਾਇਆ। ਕੁਝ ਟ੍ਰੇਡਸ 'ਚ ਲੱਗੇ ਹੋਏ ਸੀਗੇ, ਔਰ ਕੁਝ ਜਿਹੜੇ ਸੀਗੇ ਉਹ ਸ਼ਿਪਸ ਨੂੰ ਓਨ ਕਰਦੇ ਸੀ, ਉਹਨਾਂ ਦੇ ਸਮੁੰਦਰੀ ਜਹਾਜ਼ ਸੀਗੇ। ਸੋ ਕਾਫੀ ਪੈਸਾ ਇਹਨਾਂ ਲੋਕਾਂ ਨੂੰ ਮਿਲਿਆ ਸੀ। ਉਹੀ ਚੀਜ਼ ਡਿਸਕਸ ਕਰ ਰਿਹਾ ਹੈ ਕਿ ਕਹਿੰਦਾ ਅੰਗਰੇਜ਼ ਕੀ ਕਰਦੇ ਸੀ, ਚਾਈਨਾ ਨੂੰ ਅਫੀਮ ਭੇਜਦੇ ਸੀ। ਹਿੰਦੁਸਤਾਨ 'ਚ ਚੀਨ ਉਗਾ ਕੇ ਉਹ ਚਾਈਨਾ ਨੂੰ ਭੇਜਦੇ ਸੀਗੇ, ਕਿਉਂਕਿ ਚਾਈਨੀਜ਼ ਲੋਕ ਅਫੀਮ ਨੂੰ ਬਹੁਤ ਯੂਜ਼ ਕਰਦੇ ਸੀ। ਸੋ ਅੰਗਰੇਜ਼ਾਂ ਨੂੰ ਕਾਫੀ ਫਾਇਦਾ ਹੁੰਦਾ ਸੀਗਾ। ਔਰ ਫਿਰ ਕੀ ਕਰਦੇ ਸੀ ਅੰਗਰੇਜ਼, ਚਾਈਨਾ ਤੋਂ ਚਾਹ ਲੈ ਕੇ, ਟੀ ਲੈ ਕੇ ਇੰਗਲੈਂਡ ਨੂੰ ਭੇਜ ਦਿੰਦੇ ਸੀਗੇ। ਹਿੰਦੁਸਤਾਨ ਤੋਂ ਅਫੀਮ ਚਾਈਨਾ ਨੂੰ ਜਾਂਦੀ ਸੀ, ਔਰ ਚਾਈਨਾ ਤੋਂ ਜਿਹੜੀ ਚਾਹ ਹੈ ਉਹ ਇੰਗਲੈਂਡ ਜਾਂਦੀ ਸੀਗੀ। ਮੈਨੀ ਇੰਡੀਅਨਸ ਬਿਕੇਮ ਜੂਨੀਅਰ ਪਲੇਅਰਸ ਇਨ ਦਿਸ ਟ੍ਰੇਡ, ਪ੍ਰੋਵਾਈਡਿੰਗ ਫਾਈਨੈਂਸ, ਪ੍ਰੋਕਿਊਰਿੰਗ ਸਪਲਾਈਜ਼ ਐਂਡ ਸ਼ਿਪਿੰਗ ਕਨਸਾਈਨਮੈਂਟਸ। ਬਹੁਤ ਸਾਰੇ ਹਿੰਦੁਸਤਾਨੀ ਜਿਹੜੇ ਸੀਗੇ ਇਸ ਵਪਾਰ ਦੇ ਨਾਲ ਜੁੜੇ ਹੋਏ ਸੀਗੇ। ਹਿੰਦੁਸਤਾਨੀ ਕੀ ਕਰਦੇ ਸੀ, ਇਹਨਾਂ ਨੇ ਬਹੁਤ ਸਾਰੇ ਹਿੰਦੁਸਤਾਨੀ ਵੀ ਪੈਸਾ ਲਗਾਉਂਦੇ ਸੀ ਇਸ ਵਪਾਰ ਦੇ ਵਿੱਚ, ਔਰ ਕਈ ਜਿਹੜੇ ਸੀਗੇ ਉਹ ਸਪਲਾਈ ਨਾਲ ਜੁੜੇ ਹੋਏ ਸੀਗੇ। ਕੁਛ ਜਿਹੜੇ ਸੀ ਉਹ ਸ਼ਿਪਸ ਨੂੰ ਓਨ ਕਰਦੇ ਸੀ, ਜਹਾਜ਼ ਸੀ ਉਹਨਾਂ ਦੇ ਸਮੁੰਦਰੀ। Having earned through trade, some of these businessmen had visions of developing industrial enterprises in India। ਸੋ ਜਿਹੜੇ ਹਿੰਦੁਸਤਾਨੀ ਇਸ ਵਪਾਰ ਨਾਲ ਜੁੜੇ ਹੋਏ ਸੀ, ਉਹਨਾਂ ਨੇ ਬਹੁਤ ਪੈਸਾ ਕਮਾ ਲਿਆ ਸੀਗਾ, ਔਰ ਹੁਣ ਉਹ ਸੋਚ ਰਹੇ ਸੀਗੇ ਕਿ ਇੰਡਸਟਰੀ ਲਗਾਉਣਾ ਇੰਡੀਆ ਦੇ ਵਿੱਚ, ਪੈਸਾ ਇਨਵੈਸਟ ਕਰਨਾ। ਬੰਗਾਲ ਦੇ ਵਿੱਚ ਦਵਾਰਕਾ ਨਾਥ ਟੈਗੋਰ ਜਿਹੜੇ ਸੀਗੇ, ਉਹਨਾਂ ਨੇ ਕਾਫੀ, ਜਿਨ੍ਹਾਂ ਨੇ ਮਤਲਬ ਦਵਾਰਕਾ ਨਾਥ ਟੈਗੋਰ ਨੇ ਆਲਰੇਡੀ ਚਾਈਨਾ ਟ੍ਰੇਡ ਤੋਂ ਕਾਫੀ ਪੈਸਾ ਕਮਾਇਆ ਹੋਇਆ ਸੀਗਾ। ਸੋ ਉਹਨਾਂ ਨੇ ਫੈਸਲਾ ਕੀਤਾ ਦਵਾਰਕਾ ਨਾਥ ਬੰਗਾਲ ਦੇ ਵਿੱਚ ਕਿ ਇੰਡਸਟਰੀ ਲਗਾਉਣਗੇ, ਔਰ ਉਹਨਾਂ ਨੇ 6 ਜੁਆਇੰਟ ਸਟਾਕ ਕੰਪਨੀਜ਼ ਆਪਣੀਆਂ ਖੋਲ੍ਹ ਲਈਆਂ 1830s ਤੋਂ 1840s ਦੇ ਵਿੱਚ। ਟੈਗੋਰਸ ਐਂਟਰਪ੍ਰਾਈਜ਼ਸ ਸੈਂਕ ਅਲੋਂਗ ਵਿਦ ਦੋਜ਼ ਆਫ ਅਦਰਸ ਇਨ ਦ ਵਾਈਡਰ ਬਿਜ਼ਨਸ ਕ੍ਰਾਈਸਿਸ ਆਫ 1840s। ਲੇਕਿਨ ਟੈਗੋਰ ਦੀਆਂ ਇਹ ਕੰਪਨੀਜ਼ ਜਿਹੜੀਆਂ ਸੀਗੀਆਂ ਡੁੱਬ ਗਈਆਂ,
क्योंकि इकोनॉमिक क्राइसिस चल रहा सीगा। बट लेटर इन द 19th सेंचुरी मैनी ऑफ द चाइनीज़ ट्रेडर्स बिकेम सक्सैसफुल इंडस्ट्रीज। लेकिन आने वाले टाइम ਦੇ ਵਿੱਚ ਹੋਰ ਕਈ ਨਵੇਂ ਵਪਾਰੀ ਉੱਠੇ ਹਿੰਦੁਸਤਾਨੀ, ਜਿਨ੍ਹਾਂ ਨੇ ਚਾਈਨਾ ਨਾਲ ਕਦੇ ਵਪਾਰ ਦੇ ਨਾਲ ਜਿਹੜੇ ਕਿ ਕਦੇ ਚਾਈਨਾ ਨਾਲ ਵਪਾਰ ਦੇ ਵਿੱਚ ਜੁੜੇ ਹੋਏ ਸੀਗੇ, ਔਰ ਉਹਨਾਂ ਨੇ ਹੌਲੀ ਹੌਲੀ ਇੰਡਸਟਰੀਜ਼ ਖੋਲ੍ਹੀਆਂ ਇੰਡੀਆ ਦੇ ਵਿੱਚ। ਬੰਬੇ ਦੇ ਵਿੱਚ in Bombay, Parsis like Deen Shah Petit and Jamshedji Nusirwanji Tata, who built huge industrial empires in India, accumulated their initial wealth partly from exports to China and partly from raw cotton shipments to England। ਬੰਬੇ ਦੀ ਗੱਲ ਕਰ ਰਿਹਾ ਕਿ ਬੰਬੇ ਦੇ ਵਿੱਚ ਜਿਨ੍ਹਾਂ ਨੇ ਪਹਿਲੀਆਂ ਫੈਕਟਰੀਜ਼ ਲਗਾਈਆਂ ਸੀ, ਜਿਵੇਂ ਦੀਨ ਸ਼ਾਹ ਪੈਟਿਟ ਔਰ ਜਮਸ਼ੇਦਜੀ ਨੁਸਰਵੰਜੀ ਟਾਟਾ ਜੀ ਨੇ, ਔਰ ਇਹਨਾਂ ਨੇ ਕਾਫੀ ਵੱਡੀਆਂ ਇੰਡਸਟਰੀਜ਼ ਲਗਾਈਆਂ ਉੱਥੇ। ਔਰ ਇਹਨਾਂ ਨੇ ਵੀ ਪੈਸਾ ਕਿੱਥੋਂ ਕਮਾਇਆ ਸੀ? ਚਾਈਨਾ ਨਾਲ ਵਪਾਰ ਤੋਂ, ਔਰ ਜਾਂ ਫਿਰ ਇਹ ਰਾ ਕਾਟਨ ਭੇਜ ਦਿੰਦੇ ਸੀ ਇੰਗਲੈਂਡ। ਸੋ ਵਪਾਰ ਤੋਂ ਹੀ ਇਹਨਾਂ ਨੇ ਵੀ ਪੈਸਾ ਕਮਾਇਆ ਸੀ। ਕਹਿਣ ਦਾ ਮਤਲਬ ਕਿ ਜਿੰਨੇ ਵੀ ਨਵੇਂ ਇੰਡਸਟਰੀਅਲ ਹੈਗੇ ਸੀਗੇ ਇੰਡੀਆ ਦੇ ਵਿੱਚ, ਸਭ ਨੇ ਚਾਈਨਾ ਟ੍ਰੇਡ ਤੋਂ ਪੈਸਾ ਕਮਾਇਆ ਹੋਇਆ ਸੀ ਜ਼ਿਆਦਾਤਰ। ਸੇਠ ਹੁਕਮਚੰਦ, a Marwadi businessman who set up the first Indian jute mill in Calcutta in 1917, also traded with China। ਕੈਲਕਟਾ ਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ, ਜਿੱਥੇ ਕਿ ਸੇਠ ਹੁਕਮਚੰਦ ਨੇ ਜਿਹੜਾ ਹੈ ਇੰਡਸਟਰੀਜ਼ ਲਗਾਈਆਂ ਸੀ ਜੂਟ ਮਿਲ ਦੀਆਂ। ਸੋ ਉਹਨਾਂ ਨੇ ਵੀ ਚਾਈਨਾ ਟ੍ਰੇਡ ਤੋਂ ਹੀ ਪੈਸਾ ਕਮਾਇਆ ਸੀ। So did the father as well as grandfather of the famous industrialist G.D. Birla। G.D. Birla ਜਿਹਨੂੰ ਕਿ ਸਾਰੇ ਜਾਣਦੇ ਨੇ, ਮਹਾਨ ਇੰਡਸਟਰੀਜ਼, ਉਹਨਾਂ ਦੇ ਪਿਤਾ ਜੀ ਔਰ ਦਾਦਾ ਜੀ ਨੇ ਵੀ ਐਸੇ ਹੀ ਪੈਸਾ ਕਮਾਇਆ ਸੀ ਔਰ ਇੰਡਸਟਰੀਜ਼ ਲਗਾਈਆਂ ਸੀਗੀਆਂ। ਕੈਪੀਟਲ ਵਾਜ਼ ਅਕਿਊਮੂਲੇਟਡ ਥਰੂ ਅਦਰ ਟ੍ਰੇਡ ਨੈਟਵਰਕਸ। ਸੋ ਚਾਈਨਾ ਟ੍ਰੇਡ ਤੋਂ ਬਿਨਾਂ ਦੂਜੇ ਟ੍ਰੇਡ ਤੋਂ ਵੀ ਕੁਛ ਲੋਕਾਂ ਨੇ ਪੈਸਾ ਕਮਾਇਆ ਸੀ, ਔਰ ਉਹਨਾਂ ਨੇ ਬਾਅਦ ਵਿੱਚ ਪੈਸੇ ਨੂੰ ਇੰਡਸਟਰੀ 'ਚ ਲਗਾਇਆ। ਕਿਹੜੇ ਸੀਗੇ ਉਹ? ਸਮ ਮਰਚੈਂਟਸ ਫਰੋਮ ਮਦਰਾਸ ਟ੍ਰੇਡਡ ਵਿਦ ਬਰਮਾ। ਮਦਰਾਸ ਦੇ ਕੁਝ ਵਪਾਰੀਆਂ ਨੇ ਬਰਮਾ ਨਾਲ ਬਹੁਤ ਵਪਾਰ ਕੀਤਾ ਸੀ ਔਰ ਪੈਸਾ ਕਮਾਇਆ ਸੀਗਾ। ਐਂਡ ਹੈਡ ਲਿੰਕਸ ਵਿਦ ਮਿਡਲ ਈਸਟ ਐਂਡ ਈਸਟ ਅਫਰੀਕਾ। ਦੇਰ ਵਰ ਯੈਟ ਅਦਰ ਕਮਰਸ਼ੀਅਲ ਗਰੁੱਪਸ ਬਟ ਦੇ ਵਰ ਨਾਟ ਡਾਇਰੈਕਟਲੀ ਇਨਵੋਲਵਡ ਇਨ ਐਕਸਟਰਨਲ ਟ੍ਰੇਡ। ਕੁਛ ਹੋਰ ਵੀ ਗਰੁੱਪ ਸੀਗੇ ਐਸੇ ਜਿਨ੍ਹਾਂ ਨੇ ਇੰਡਸਟਰੀਜ਼ ਲਗਾਈਆਂ, ਲੇਕਿਨ ਉਹ ਡਾਇਰੈਕਟਲੀ ਇਨਵੋਲਵਡ ਨਹੀਂ ਸੀ ਟ੍ਰੇਡ ਦੇ ਵਿੱਚ। ਦੇ ਵੀ ਆਪਰੇਟਡ ਵਿਦ ਇਨ ਇੰਡੀਆ, carrying goods from one place to another, banking money, transferring funds between cities and financing trades। ਕੁਛ ਐਸੇ ਵਪਾਰੀ ਸੀ ਜਿਹੜੇ ਦੂਜੇ ਦੇਸ਼ਾਂ ਨਾਲ ਵਪਾਰ ਨਹੀਂ ਸੀ ਕਰਦੇ, ਸਿਰਫ ਉਹਨਾਂ ਨੇ ਹਿੰਦੁਸਤਾਨ ਦੇ ਅੰਦਰ ਹੀ ਵਪਾਰ ਕੀਤਾ ਸੀਗਾ, ਔਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚੀਜ਼ਾਂ ਲੈ ਕੇ ਜਾਂਦੇ ਸੀਗੇ, ਬੈਂਕਿੰਗ ਮਨੀ ਫਾਈਨੈਂਸ ਕਰਦੇ ਸੀਗੇ, ਔਰ ਫੰਡਸ ਟਰਾਂਸਫਰ ਕਰਦੇ ਸੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ, ਜਿਵੇਂ ਮਨੀ ਐਕਸਚੇਂਜ ਹੁੰਦਾ ਹੁਣ। ਫਾਈਨੈਂਸਿੰਗ ਟ੍ਰੇਡਰਸ ਵਪਾਰੀਆਂ ਨੂੰ ਪੈਸਾ ਦਿੰਦੇ ਸੀ ਵਿਆਜ ਦੇ ਉੱਪਰ। ਐਸੇ ਲੋਕਾਂ ਨੇ ਵੀ ਜਿਹੜਾ ਹੈ ਹੌਲੀ ਹੌਲੀ ਪੈਸਾ ਕਮਾ ਕੇ ਇੰਡਸਟਰੀ 'ਚ ਲਗਾਇਆ। ਵੈਨ ਓਪਰਚੁਨਿਟੀਜ਼ ਆਫ ਇਨਵੈਸਟਮੈਂਟ ਇਨ ਇੰਡਸਟਰੀਜ਼ ਓਪਨਡ ਅਪ, ਮੈਨੀ ਆਫ ਦੈਮ ਸੈਟ ਅਪ ਫੈਕਟਰੀਜ਼। ਜਦੋਂ ਮੌਕਾ ਆਇਆ ਤਾਂ ਇਹਨਾਂ ਨੇ ਵੀ ਫੈਕਟਰੀਜ਼ ਲਗਾ ਲਈਆਂ। ਹਾਂਜੀ, ਨੈਕਸਟ ਪੈਰਾਗ੍ਰਾਫ 'ਚ ਦੱਸਦਾ ਹੈ ਕਿ ਜਿਉਂ-ਜਿਉਂ ਕਲੋਨੀਅਲ ਪਾਵਰ, ਬ੍ਰਿਟਿਸ਼ ਪਾਵਰ ਦਾ ਕੰਟਰੋਲ ਇੰਡੀਆ ਦੇ ਉੱਪਰ ਵੱਧਦਾ ਗਿਆ, ਤਿਉਂ-ਤਿਉਂ ਇੰਡੀਅਨ ਮਰਚੈਂਟਸ ਦੇ ਉੱਪਰ ਲਿਮਿਟੇਸ਼ਨਸ ਕਾਫੀ ਵੱਧ ਗਈਆਂ, ਔਰ ਬਹੁਤ ਥੋੜ੍ਹਾ ਸਕੋਪ ਰਹਿ ਗਿਆ ਟ੍ਰੇਡ ਕਰਨ ਦਾ ਇੰਡੀਅਨ ਮਰਚੈਂਟਸ ਵਾਸਤੇ। ਦੇ ਵਰ ਬਾਰਡ ਫਰੋਮ ਟ੍ਰੇਡਿੰਗ ਵਿਦ ਯੂਰਪ ਇਨ ਮੈਨੂਫੈਕਚਰਡ ਗੁੱਡਸ। ਹਿੰਦੁਸਤਾਨੀ ਵਪਾਰੀ ਮੈਨੂਫੈਕਚਰਡ ਗੁੱਡਸ ਦਾ ਹੁਣ ਵਪਾਰ ਨਹੀਂ ਸੀ ਕਰ ਸਕਦੇ ਯੂਰਪ ਦੇ ਵਿੱਚ, ਐਂਡ ਹੈਡ ਟੂ ਐਕਸਪੋਰਟ ਮੋਸਟਲੀ ਰਾ ਮਟੀਰੀਅਲਸ ਐਂਡ ਫੂਡ ਗ੍ਰੇਨਸ। ਔਰ ਹੁਣ ਸਿਰਫ ਕਿੰਨਾ ਚੀਜ਼ਾਂ ਦਾ ਵਪਾਰ ਕਰ ਸਕਦੇ ਸੀ ਯੂਰਪ ਨਾਲ? ਰਾ ਕਾਟਨ ਹੋ ਗਈ, ਓਪੀਅਮ ਹੋ ਗਈ, ਵੀਟ ਹੋ ਗਈ, ਇੰਡੀਗੋ ਹੋ ਗਿਆ, ਜੋ ਬ੍ਰਿਟਿਸ਼ ਨੂੰ ਚਾਹੀਦਾ ਸੀਗਾ। ਦੇ ਵਰ ਆਲਸੋ ਗ੍ਰੈਜੂਅਲੀ ਐਜਡ ਆਊਟ ਆਫ ਦਾ ਸ਼ਿਪਿੰਗ ਬਿਜ਼ਨਸ, ਔਰ ਹੌਲੀ ਹੌਲੀ ਸ਼ਿਪਿੰਗ ਬਿਜ਼ਨਸ ਦੇ ਵਿੱਚੋਂ ਵੀ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਅੱਗੇ ਦੱਸਦਾ ਹੈ ਕਿ ਫਸਟ ਵਰਲਡ ਵਾਰ ਤੱਕ ਯੂਰਪੀਅਨ ਮੈਨੇਜਿੰਗ ਏਜੰਸੀਜ਼ ਜਿਹੜੀਆਂ ਸੀਗੀਆਂ, ਉਹਨਾਂ ਨੇ ਬਹੁਤ ਜ਼ਿਆਦੀਆਂ ਇੰਡੀਅਨ ਇੰਡਸਟਰੀਜ਼ ਨੂੰ ਆਪਣੇ ਕੰਟਰੋਲ 'ਚ ਕਰ ਰੱਖਿਆ ਸੀਗਾ। 3 ਐਸੀਆਂ ਵੱਡੀਆਂ ਏਜੰਸੀਜ਼ ਸੀਗੀਆਂ, ਜਿਵੇਂ ਬਰਡ ਹੇਗਲਰਜ਼ ਐਂਡ ਕੰਪਨੀ, ਐਂਡਰਿਊ ਯੂਲ, ਜਾਰਡਿਨ ਸਕਿਨਰ ਐਂਡ ਕੰਪਨੀ। ਥੀਸ ਏਜੰਸੀਜ਼ ਮੋਬਿਲਾਈਜ਼ਡ ਕੈਪੀਟਲ, ਸੈਟ ਅਪ ਜੁਆਇੰਟ ਸਟਾਕ ਕੰਪਨੀਜ਼ ਐਂਡ ਮੈਨੇਜ ਦੈਮ। ਇਹ ਏਜੰਸੀਜ਼ ਜਿਹੜੀਆਂ ਸੀਗੀਆਂ, ਇਹਨਾਂ ਨੇ ਕਾਫੀ ਪੈਸਾ ਇਕੱਠਾ ਕੀਤਾ ਸੀਗਾ, ਔਰ ਜੁਆਇੰਟ ਸਟਾਕ ਕੰਪਨੀਜ਼ ਜਿਹੜੀਆਂ ਸੀ ਉਹ ਸਟੈਬਲਿਸ਼ ਕੀਤੀਆਂ, ਔਰ ਉਹਨਾਂ ਦੀ ਮੈਨੇਜਮੈਂਟ ਕਰਦੀਆਂ ਸੀਗੀਆਂ। In most instances, Indian financiers provided the capital, while the European agencies made all investment and business decisions। ਜ਼ਿਆਦਾਤਰ ਐਗਜ਼ਾਮਪਲ ਸਾਨੂੰ ਮਿਲਦੀਆਂ ਨੇ ਇੰਡਸਟਰੀਜ਼ ਦੀਆਂ ਕਿ ਇੰਡੀਅਨ ਫਾਈਨੈਂਸ਼ੀਅਰ ਜਿਹੜੇ ਸੀ ਉਹ ਪੈਸਾ ਲਗਾਉਂਦੇ ਸੀਗੇ, ਔਰ ਯੂਰਪੀਅਨ ਏਜੰਸੀਜ਼ ਜਿਹੜੀਆਂ ਨੇ ਇਹ ਸਾਰੇ ਜਿਹੜੇ ਮੇਨ ਡਿਸੀਜ਼ਨ ਹੁੰਦੇ ਸੀ ਇਨਵੈਸਟਮੈਂਟ ਔਰ ਬਿਜ਼ਨਸ ਨੂੰ ਲੈ ਕੇ ਉਹ ਕਰਦੀਆਂ ਸੀਗੀਆਂ। ਸੋ ਮੇਨ ਕੰਟਰੋਲ ਯੂਰਪੀਅਨ ਏਜੰਸੀਜ਼ ਦਾ ਰਹਿੰਦਾ ਸੀਗਾ। ਯੂਰਪੀਅਨ ਮਰਚੈਂਟ ਇੰਡਸਟਰੀਜ਼ ਹੈਡ देयर ਓਨ ਚੈਂਬਰਸ ਆਫ ਕਮਰਸ ਵਿਚ ਇੰਡੀਅਨ ਬਿਜ਼ਨਸਮੈਨ ਵਰ ਨਾਟ ਅਲਾਉਡ ਟੂ ਜੁਆਇਨ। ਯੂਰਪੀਅਨ ਮਰਚੈਂਟ ਇੰਡਸਟਰੀਜ਼ ਜਿਹੜੇ ਸੀਗੇ, ਯੂਰਪੀਅਨ ਵਪਾਰੀ ਔਰ ਜਿਹੜੇ ਉਦਯੋਗਪਤੀ ਸੀਗੇ, ਇਹਨਾਂ ਦੇ ਆਪਣੇ ਆਰਗੇਨਾਈਜੇਸ਼ਨ ਸੀਗੇ ਟ੍ਰੇਡ ਦੇ, ਔਰ ਐਸੇ ਆਰਗੇਨਾਈਜੇਸ਼ਨਸ ਦੇ ਵਿੱਚ ਇੰਡੀਅਨ ਬਿਜ਼ਨਸਮੈਨ ਅਲਾਉਡ ਨਹੀਂ ਸੀਗੇ। ਇੰਡੀਅਨ ਬਿਜ਼ਨਸਮੈਨ ਇਹਨਾਂ ਦੀ ਆਰਗੇਨਾਈਜੇਸ਼ਨ ਦੇ ਮੈਂਬਰ ਨਹੀਂ ਸੀ ਬਣ ਸਕਦੇ।
ਸੋ ਹਰ ਤਰ੍ਹਾਂ ਦੇ ਨਾਲ ਜਿਹੜਾ ਹੈ ਇੰਡੀਅਨ ਟ੍ਰੇਡ ਨੂੰ ਜਿਹੜਾ ਹੈ ਧੱਕਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਕਲੋਨੀਅਲ ਪਾਵਰ ਬ੍ਰਿਟਿਸ਼ ਪਾਵਰ ਦੇ ਦੁਆਰਾ, ਔਰ ਈਵਨ ਇੰਡੀਅਨ ਇੰਡਸਟਰੀਜ਼ ਨੂੰ ਜਿਹੜਾ ਹੈ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਥਰੂ ਦਾ ਯੂਰਪੀਅਨ। 16 ਫਿਗਰ ਨੰਬਰ 16 ਤੇ ਜਮਸ਼ੇਦਜੀ ਜੀਜੀ ਬੋਏ ਦੀ ਫੋਟੋ ਹੈ। ਜੀਜੀ ਬੋਏ, ਜਮਸ਼ੇਦਜੀ ਜੀਜੀ ਬੋਏ ਜਿਹੜੇ ਸੀਗੇ ਪਾਰਸੀ ਵੀਵਰ ਦੇ ਬੇਟੇ ਸੀਗੇ, ਔਰ ਹੋਰ ਵਪਾਰੀਆਂ ਵਾਂਗ ਇਹਨਾਂ ਨੇ ਵੀ ਜਿਹੜਾ ਚਾਈਨਾ ਟ੍ਰੇਡ ਤੋਂ ਔਰ ਸ਼ਿਪਿੰਗ ਤੋਂ ਪੈਸਾ ਕਮਾਇਆ ਸੀਗਾ। ਬਹੁਤ ਵੱਡੇ ਵੱਡੇ ਸ਼ਿਪਸ ਸੀਗੇ ਇਹਨਾਂ ਦੇ, ਲੇਕਿਨ ਅੰਗਰੇਜ਼ਾਂ ਔਰ ਅਮਰੀਕਨ ਸ਼ਿਪਰਸ ਦੇ ਨਾਲ ਜਦੋਂ ਕੰਪੀਟੀਸ਼ਨ ਹੋਇਆ ਤਾਂ ਜਿਹੜਾ ਹੈ ਇਹਨਾਂ ਨੂੰ ਆਪਣੇ ਸ਼ਿਪਸ ਜਿਹੜੇ ਸੀ ਉਹ ਵੇਚਣੇ ਪਏ, ਔਰ ਇਹਨਾਂ ਨੇ ਬਾਅਦ ਵਿੱਚ ਇੰਡਸਟਰੀਜ਼ ਲਗਾਈਆਂ। ਨੈਕਸਟ ਹੈ ਸਾਡੇ ਕੋਲ ਦਵਾਰਕਾ ਨਾਥ ਟੈਗੋਰ, ਜੋ ਕਿ ਇੰਡਸਟਰੀਲਿਸਟ ਹੋਏ ਨੇ। ਹੀ ਬਿਲੀਵ ਦੈਟ ਇੰਡੀਆ ਵੁੱਡ ਡਿਵੈਲਪ ਥਰੂ ਵੈਸਟਰਨਾਈਜੇਸ਼ਨ ਐਂਡ ਇੰਡਸਟਰੀਲਾਈਜੇਸ਼ਨ। ਇਹ ਮੰਨਦੇ ਸੀਗੇ ਕਿ ਇੰਡੀਆ ਨੇ ਅਗਰ ਡਿਵੈਲਪ ਹੋਣਾ ਹੈ ਤਾਂ ਇਹਨੂੰ ਵੈਸਟਰਨ ਐਜੂਕੇਸ਼ਨ ਚਾਹੀਦੀ ਹੈ ਔਰ ਇੰਡਸਟਰੀਜ਼ ਲਗਾਉਣੀਆਂ ਪੈਣਗੀਆਂ। ਇਨਵੈਸਟਡ ਇਨ ਸ਼ਿਪਿੰਗ ਦੇ ਵਿੱਚ ਪੈਸਾ ਲਗਾਇਆ ਇਹਨਾਂ ਨੇ, ਸ਼ਿਪ ਬਿਲਡਿੰਗ ਵਿੱਚ, ਮਾਈਨਿੰਗ ਵਿੱਚ, ਬੈਂਕਸ ਵਿੱਚ, ਪਲਾਂਟੇਸ਼ਨ ਦੇ ਵਿੱਚ ਔਰ ਇੰਸ਼ੋਰੈਂਸ ਦੇ ਵਿੱਚ। ਕਾਫੀ ਕੰਪਨੀਜ਼ ਇਹਨਾਂ ਨੇ ਖੋਲ੍ਹੀਆਂ ਸੀਗੀਆਂ। ਫਿਗਰ ਨੰਬਰ 18 ਹੈ। ਇਹਦੇ ਵਿੱਚ ਤੁਸੀਂ ਜਿਹੜਾ ਹੈ ਕਿਸੇ ਬਿਜ਼ਨਸ ਵਿੱਚ ਪਾਰਟਨਰਸ ਦੇਖ ਸਕਦੇ हैं, JN टाटा, RD टाटा, सर RJ टाटा और सर DG टाटा। 1912 ਵਿੱਚ JN टाटा ਨੇ ਜਿਹੜਾ ਹੈ ਪਹਿਲੀ ਆਇਰਨ ਔਰ ਸਟੀਲ ਇੰਡਸਟਰੀ ਖੋਲ੍ਹੀ ਸੀ ਇੰਡੀਆ ਦੇ ਵਿੱਚ, ਜਮਸ਼ੇਦਪੁਰ ਨਾਮ ਦੀ ਜਗ੍ਹਾ ਦੇ ਉੱਪਰ। ਆਇਰਨ ਅਤੇ ਸਟੀਲ ਇੰਡਸਟਰੀ ਇੰਡੀਆ ਦੇ ਵਿੱਚ ਜਿਹੜੀ ਹੈ ਕਾਫੀ ਦੇਰ ਬਾਅਦ ਸ਼ੁਰੂ ਹੋਈ ਸੀਗੀ, ਕਿਉਂਕਿ ਟੈਕਸਟਾਈਲ ਇੰਡਸਟਰੀ, ਕੱਪੜੇ ਦੀ ਇੰਡਸਟਰੀ ਇੰਡੀਆ 'ਚ ਪਹਿਲਾਂ ਸ਼ੁਰੂ ਹੋਈ ਸੀਗੀ। ਕਲੋਨੀਅਲ ਇੰਡੀਆ ਦੇ ਵਿੱਚ ਇੰਡਸਟਰੀਅਲ ਮਸ਼ੀਨਰੀ, ਰੇਲਵੇ, ਲੋਕੋਮੋਟਿਵਸ ਆਰ ਮੋਸਟਲੀ ਇੰਪੋਰਟਡ, ਕਿਉਂਕਿ ਅੰਗਰੇਜ਼ਾਂ ਦੇ ਟਾਈਮ ਜ਼ਿਆਦਾਤਰ ਲੋਹੇ ਦੀ ਮਸ਼ੀਨਰੀ ਜਿਹੜੀ ਹੈ ਜਾਂ ਇੰਡਸਟਰੀਜ਼ ਯੂਜ਼ ਹੋਣ ਵਾਲੀ ਮਸ਼ੀਨਰੀ, ਰੇਲਵੇ, ਲੋਕੋਮੋਟਿਵ ਵਗੈਰਾ ਜਿਹੜੇ ਸੀ, ਇੰਜਨ ਵਗੈਰਾ ਸਭ ਬਾਹਰੋਂ ਮੰਗਾਏ ਜਾਂਦੇ ਸੀਗੇ। ਸੋ ਕੈਪੀਟਲ ਗੁਡਸ ਇਨ ਇੰਡਸਟਰੀਜ਼ could not really develop in any significant way till independence। ਸੋ ਜਿਸ ਕਾਰਨ ਜਿਹੜਾ ਹੈ ਜਿਹੜੀਆਂ ਬਲਕ ਇੰਡਸਟਰੀਜ਼ ਸੀਗੀਆਂ, ਆਇਰਨ ਐਂਡ ਸਟੀਲ ਇੰਡਸਟਰੀ, ਇਹ ਕਾਫੀ ਲੇਟ ਡਿਵੈਲਪ ਹੋਈਆਂ, ਔਰ ਬਹੁਤ ਸਾਰੀਆਂ ਤਾਂ ਜਿਹੜੀਆਂ ਨੇ ਆਜ਼ਾਦੀ ਤੋਂ ਬਾਅਦ ਡਿਵੈਲਪ ਹੋਈਆਂ ਸੀਗੀਆਂ।